ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ। ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ। ਇਸ ਐਪੀਸੋਡ ਦੇ ਵਿੱਚ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਕੋਈ ਸੀਰੀਜ਼ ਦੇ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਹੋਇਆ ਕਰਾਂਗੇ, ਜਿਹਦੇ ਵਿੱਚ ਕਿ ਇੱਕ ਜਰਨਲ ਗੱਲਬਾਤ ਕਰਾਂਗੇ। ਨਿਊਜ਼ ਤਾਂ ਠੀਕ ਹੈ, ਆਪਾਂ ਗੱਲਬਾਤ ਕਰਦੇ ਰਹਿੰਦੇ ਹੈਗੇ ਆ, ਪਰ ਇੱਕ ਆਪਾਂ ਜਰਨਲ ਗੱਲ ਜਿਹੜੀ ਆ ਸ਼ੁਰੂ ਕਰਨੀ ਇਹਦੇ ਵਿੱਚ ਕਿ ELDT ਜਿਹੜਾ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਹੈਗਾ, ਜਿਹੜਾ ਕਿ ਨਵਾਂ ਆ ਰਿਹਾ ਨੈਕਸਟ ਈਅਰ ਤੋਂ, ਉਹਦੇ ਬਾਰੇ ਦੇ ਵਿੱਚ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਕੀ ਹੈ ELDT, ਕਿੱਦਾਂ ਇਹ ਆਇਆ, ਤੇ ਜਿਹੜੇ ELDT ਦੇ ਨਾਲ ਇੱਕ ਹੋਰ ਜਿਹੜਾ ਪ੍ਰੋਗਰਾਮ ਹੈਗਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈਗਾ, ਜਿਹੜਾ ਕਿ TPR ਹੈਗਾ ਆ। TPR ਦਾ ਮਤਲਬ ਹੈਗਾ ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ, ਜਿਹੜਾ ਉਹ ਵੀ ਸ਼ੁਰੂ ਹੋਣ ਜਾ ਰਿਹਾ। ਸੋ ਇਹਨਾਂ ਦੇ ਬਾਰੇ ਦੇ ਵਿੱਚ ਆਪਾਂ ਵੇਰਵੇ ਸਹਿਤ ਗੱਲ ਕਰਾਂਗੇ ਕਿ ਕੀ ਹੈ ELDT ਪ੍ਰੋਗਰਾਮ, ਕਿਵੇਂ ਇਹ ਹੋਂਦ 'ਚ ਆਇਆ, ਤੇ ਕੀ ਇਹਦੇ ਜਿਹੜੇ ਆ ਇਹਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਕੌਣ ਇਹਦੇ ਨਾਲ ਇਫੈਕਟਡ ਹੁੰਦਾ ਆ, ਸੋ ਕੀ ਮਤਲਬ ਹੈਗਾ ਇਹਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ 'ਚ ਅੱਜ ਆਪਾਂ ਇਸ ਪ੍ਰੋਗਰਾਮ 'ਚ ਗੱਲ ਕਰਾਂਗੇ। ਜੇ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਸਾਰੀ ਗੱਲਬਾਤ ਡਿਟੇਲ 'ਚ ਕਰ ਸਕੇ ਠੀਕ ਹੈ, ਨਹੀਂ ਤੇ ਆਪਾਂ ਇਹਦਾ ਦੂਜਾ ਜਿਹੜਾ ਹਿੱਸਾ ਆ ਉਹ ਵੀ ਰਿਕਾਰਡ ਕਰਾਂਗੇ। ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤੇ ਆ, ਜੇ ਤੁਹਾਨੂੰ ਉਹ ਪ੍ਰੋਗਰਾਮ ਵਧੀਆ ਲੱਗਦੇ ਹੈਗੇ ਆ ਜਾਂ ਵਧੀਆ ਲੱਗੇ ਹੈਗੇ, ਤੁਸੀਂ ਸੁਣਦੇ ਹੈਗੇ ਆ ਤੇ ਪਸੰਦ ਕਰਦੇ ਆ, ਤੇ ਪਲੀਜ਼ ਸਾਡਾ ਜਿਹੜਾ ਚੈਨਲ ਹੈਗਾ ਸਾਊਂਡ ਕਲਾਊਡ ਦੇ ਉੱਤੇ ਰਮਨ ਢਿੱਲੋਂ ਸ਼ੋਅ ਸਰਚ ਕਰਕੇ ਉਹਨੂੰ ਫੋਲੋ ਜ਼ਰੂਰ ਕਰ ਲਿਓ, ਤੇ ਜਿਹੜੇ ਪ੍ਰੋਗਰਾਮ ਹੈਗੇ ਆ ਉਹਨਾਂ ਨੂੰ ਆਪਣੀ ਫਰੈਂਡਸ ਐਂਡ ਫੈਮਿਲੀ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਜਿਹੜੀ ਸਹੀ ਇਨਫੋਰਮੇਸ਼ਨ ਹੈਗੀ ਆ ਉਹ ਆਪਣੇ ਡਰਾਈਵਰ ਭਾਈਚਾਰੇ ਤੱਕ ਜਿਹੜੀ ਆ ਨਿਰਵਿਘਨ ਪਹੁੰਚ ਸਕੇ। ਸੋ ਉਹਦੇ ਲਈ ਅਸੀਂ ਤੁਹਾਡਾ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈਗਾ, ਬਹੁਤ ਉਹਨਾਂ ਦਾ ਧੰਨਵਾਦ ਹੈਗਾ। ਆਪਣਾ ਸਾਊਂਡ ਕਲਾਊਡ ਦੇ ਉੱਤੇ ਤਕਰੀਬਨ 17,000 ਤੋਂ ਉੱਤੇ ਫਾਲੋਅਰਸ ਜਿਹੜੇ ਆ ਹੋ ਚੁੱਕੇ ਆ ਤੇ ਵੱਧਦੇ ਜਾ ਰਹੇ ਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਆਪਾਂ ਹੋਰ ਵੀ ਪਲੇਟਫਾਰਮ ਤੇ ਅਵੇਲੇਬਲ ਹੈਗੇ ਆ, ਸੋ ਉੱਥੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੈਗੇ ਆ, ਚਾਹੇ ਉਹ ਕੋਈ ਵੀ ਕਿਸੇ ਕਿਸਮ ਦਾ ਵੀ ਪੋਡਕਾਸਟ ਦਾ ਪਲੇਟਫਾਰਮ ਹੈਗਾ, ਚਾਹੇ ਉਹ ਗੂਗਲ ਹੈਗਾ, ਚਾਹੇ ਇਹਦਾ ਆਪਣਾ ਐਪਲ ਦਾ ਹੈਗਾ, ਜਾਂ ਆਪਣਾ ਐਮਾਜ਼ਨ ਮਿਊਜ਼ਿਕ ਹੈਗਾ। ਸੋ ਹਰ ਇੱਕ ਥਾਂ ਤੇ ਆਪਾਂ ਅਵੇਲੇਬਲ ਹੈ। ਤੇ ਚਲੋ ਚੱਲਦੇ ਹਾਂ ਆਪਾਂ ਆਪਣੀ ਜਿਹੜਾ ਇਸ ਪ੍ਰੋਗਰਾਮ ਦੇ ਵੱਲ, ਤੇ ਇਸ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ ਸਾਂਝੀ। ਸੋ ਇਹਦੇ ਵਿੱਚ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਕਿ ਇਹ ਪ੍ਰੋਗਰਾਮ ਹੈ ਕਿ ELDT ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਹੈ ਕੀ ਆ, ਔਰ ਇਹ ELDT ਦਾ ਪ੍ਰੋਗਰਾਮ ਕਿਵੇਂ ਆਇਆ, ਕਿਵੇਂ ਇਹ ਜਿਹੜੀ ਰੈਗੂਲੇਸ਼ਨ ਆ ਇਹ ਆਈ, ਜਿਹੜੀ ਕਿ ਹੁਣ ਆਪਾਂ ਨੂੰ 2022 ਦੇ ਵਿੱਚ ਆਪਣੇ ਬਰੂਆਂ ਤੇ ਖੜੀ ਆ। ਸੋ 1991 ਦੇ ਵਿੱਚ ਕਾਂਗਰਸ ਨੇ ਜਿਹੜਾ DOT ਨੂੰ ਕਿਹਾ ਕਿ ਜਿਹੜਾ ਇਹ ਜਿਹਾ ਕੋਈ ਪ੍ਰੋਗਰਾਮ ਜਿਹੜਾ ਕੀਤਾ ਜਾਵੇ, ਜਿਹੜਾ CDL ਟ੍ਰੇਨਿੰਗ ਹੈਗੀ ਆ, ਉਹਨੂੰ ਇੱਕ ਪੂਰਾ ਦਾ ਪੂਰਾ ਲਾਮਬੰਦ ਜਾਂ ਇੱਕ ਤੰਗ ਤਰੀਕੇ ਦੇ ਨਾਲ ਉਹਨੂੰ ਜਿਹੜਾ ਮਤਲਬ ਕਿ ਬਣਾਇਆ ਜਾਵੇ। 1991 ਤੋਂ ਲੈ ਕੇ 2012 ਤੱਕ ਇਹ ਪ੍ਰੋਸੈਸ ਚੱਲਦਾ ਰਿਹਾ। ਦੇਖੋ ਕਿੱਡਾ ਲੰਮਾ ਸਮਾਂ ਜਿਹੜਾ ਇਹਦੇ ਵਿੱਚ ਲੱਗਾ, ਤੇ ਇਸ ਤੋਂ ਬਾਅਦ ਕਾਂਗਰਸ ਨੇ ਮੈਂਡੇਟ ਕੀਤਾ ਕਿ DOT ਨੂੰ ਕਿ ਪ੍ਰੋਡਿਊਸ ਦਾ ਰੈਗੂਲੇਸ਼ਨ। 2012 ਦੇ ਵਿੱਚ ਇਹ ਗੱਲ ਹੋਈ। CVTA ਜਿਹੜੀ ਹੈਗੀ ਆ, ਕਮਰਸ਼ੀਅਲ ਵਹੀਕਲ ਟ੍ਰੇਨਿੰਗ ਐਸੋਸੀਏਸ਼ਨ ਜਿਹੜੀ ਹੈਗੀ ਆ, ਉਹਨਾਂ ਵੱਲੋਂ ਤੇ ਹੋਰ ਜਿਹੜੀਆਂ 25 ਇੰਡਸਟਰੀਆਂ ਸੀਗੀਆਂ, ਇੰਡਸਟਰੀ ਦੇ ਜਿਹੜੇ ਲੀਡਰ ਸੀਗੇ ਜਾਂ ਜਿਹੜੀਆਂ ਪਾਰਟੀਸਪੈਂਟ ਸੀਗੇ, ਉਹਨਾਂ ਨੂੰ ਮਿਲਾ ਕੇ ਇੱਕ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹ ਬਣਾਈ ਗਈ। ਸੋ ਇਹ ਕਮੇਟੀ ਨੇ 2015 ਦੇ ਵਿੱਚ ਸਾਰਾ ਜੋ ਵੀ DOT ਨੇ ਪਿਛਲਾ ਸਾਰਾ ਕੁਛ ਕੀਤਾ ਸੀਗਾ ਜਾਂ ਇਕੱਠਾ ਕੀਤਾ ਸੀਗਾ, ਉਹਨੂੰ ਸਾਰੇ ਨੂੰ ਲੈ ਕੇ ਗੱਲਬਾਤ ਕਰਕੇ ਤੇ 2016 ਦੇ ਵਿੱਚ ਦਸੰਬਰ 8 2016 ਨੂੰ ਫਾਈਨਲ ਰੂਲ ਜਿਹੜਾ ਇਹ ਬਣ ਕੇ ਸਾਹਮਣੇ ਆਇਆ ਸੀਗਾ। ਸੋ ਇਹ 2020 ਦੇ ਵਿੱਚ ਜਿਹੜਾ ਇਹ ਰੂਲ ਆ ਇਹ ਲਾਗੂ ਹੋਣਾ ਸੀਗਾ, ਪਰ ਕਿਸੇ ਰੀਜ਼ਨ ਕਰਕੇ, ਕਿਸੇ ਕਾਰਨ ਕਰਕੇ ਕਹਿ ਲਓ, ਸ਼ਾਇਦ ਹੋ ਸਕਦਾ ਉਦੋਂ ਆਪਣਾ
ਇਹਦਾ ਵੀ ਪ੍ਰੋਬਲਮ ਆ ਗਈ ਸੀਗੀ, ਕੋਵਿਡ ਦੀ ਵੀ, ਪਰ ਕੋਵਿਡ ਦੀ ਥੋੜ੍ਹੀ ਜਿਹੀ ਲੇਟ ਸ਼ੁਰੂ ਹੋਈ, ਉਸ ਤੋਂ ਪਹਿਲਾਂ ਹੀ ਇਹਨੂੰ ਪ੍ਰੋਗਰਾਮ ਨੂੰ ਪੋਸਟਪੋਨ ਕਰ ਦਿੱਤਾ ਸੀਗਾ 2022 ਦੇ ਲਈ। ਸੋ ਇਸ ਤਰ੍ਹਾਂ ਇਹ ਪ੍ਰੋਗਰਾਮ ਜਿਹੜਾ ਆ, ਇਹ ELDT ਪ੍ਰੋਗਰਾਮ ਜਿਹੜਾ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਹੈਗਾ ਆ, ਇਹ ਇੰਨੇ ਸਾਲਾਂ ਤੋਂ ਇਹ ਬਣ ਰਿਹਾ ਸੀ, ਇਹ ਚੱਲ ਰਿਹਾ ਸੀ, ਇਹਦੀ ਤੇ ਫੁੱਲੀ ਕੰਮ ਚੱਲ ਰਿਹਾ ਸੀ। ਸੋ ਹੁਣ 1922 ਦੇ ਵਿੱਚ ਫਾਈਨਲ ਇਹਦੀ ਡੇਟ ਜਿਹੜੀ ਆ ਉਹ ਆ ਗਈ ਆ ਕਿ ਜਦੋਂ 1922 ਦੇ ਵਿੱਚ ਜਿਹੜਾ ਆ ਇਹਨੂੰ ਲਾਗੂ ਕੀਤਾ ਜਾਣਾ ਆ। ਸੋ ਇਹਦੀ ਜਿਹੜੀ ਲਾਗੂ ਕਰਨ ਦੀ ਡੇਟ ਹੈਗੀ ਆ, ਮੇਰੇ ਖਿਆਲ ਫਰਵਰੀ 7 ਦੀ ਹੈਗੀ ਆ, ਫਰਵਰੀ 7 2022 ਨੂੰ ਇਹਨੇ ਸ਼ੁਰੂ ਹੋਣਾ ਆ। ਸੋ ਇਹਦੇ ਵਿੱਚ ਜਿਹੜਾ ਟ੍ਰੇਨਿੰਗ ਹੈਗੀ ਆ ਉਹਨੂੰ ਕਈ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈਗਾ, ਤੇ ਆਪਾਂ ਇੱਕ ਇੱਕ ਕਰਕੇ ਸਾਰੇ ਇਹ ਜਿਹੜੇ ਹਿੱਸੇ ਹੈਗੇ ਇਹਨਾਂ ਦੀ ਗੱਲਬਾਤ ਕਰਾਂਗੇ, ਤੇ ELDT ਕੀ ਹੈ ਤੇ ਕਿੱਦਾਂ ਇਹਨੂੰ ਕਿਹਨੂੰ ਇਫੈਕਟ ਹੋਣਾ ਇਹਦਾ। ਸੋ ਜੇ ਸਿੰਪਲ ਟਰਮਸ 'ਚ ਲਿਆ ਜਾਵੇ ਤੇ DOT ਨੇ ਸਪੈਸੀਫਿਕ ਇੱਕ ਪ੍ਰੋਗਰਾਮ ਤਿਆਰ ਕਰ ਦਿੱਤਾ ਹੈਗਾ ਕਿ ਜਿਸ ਵੀ ਇਨਸਾਨ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈਣਾ ਹੈਗਾ ਉਹਨੂੰ ਇੱਕ ਫਰਸਟ ਟ੍ਰੇਨਿੰਗ ਦੇ ਥੱਲੇ ਉਹਨੂੰ ਤਿਆਰੀ ਕਰਨੀ ਪਊਗੀ, ਇੱਕ ਟ੍ਰੇਨਿੰਗ ਜਿਹੜੀ ਆ ਉਹ ਕਰਨੀ ਪਊਗੀ ਜਿਹੜੀ ਫੈਡਰਲੀ ਮੈਂਡੇਟਡ ਹੋਊਗੀ। ਇਹ ਬਹੁਤ ਵੱਡੀ ਗੱਲ ਹੈਗੀ ਆ, ਇਹਦੇ ਬਾਰੇ 'ਚ ਅੱਗੇ ਜਾ ਕੇ ਗੱਲ ਕਰਾਂਗੇ ਕਿ ਫੈਡਰਲੀ ਮੈਂਡੇਟ ਦਾ ਮਤਲਬ ਕੀ ਹੈਗੀ ਆ। ਸੋ ਇਹਦੇ ਨਾਲ ਨਾਲ ਇਹ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਟ੍ਰੇਨਿੰਗ ਜਿਹੜੀ ਆ ਉਹ ਇੱਕ ਸਰਟੀਫਾਈਡ ਇੰਸਟਰਕਟਰ ਜਾਂ ਕੁਆਲੀਫਾਈਡ ਇੰਸਟਰਕਟਰ ਜਿਹੜਾ ਆ ਉਹਦੇ ਕੋਲੋਂ ਹੀ ਹੋ ਸਕਦੀ ਆ। ਸੋ ਇਹ ਇੱਕ ਜਿਹੜਾ ਅੱਗੇ ਪਹਿਲਾਂ ਹੁੰਦਾ ਸੀਗਾ ਜਿਸ ਤਰ੍ਹਾਂ ਉਸ ਤਰ੍ਹਾਂ ਨਹੀਂ ਹੋਊਗਾ। ਸੋ ਜਿਹੜਾ ਫੈਡਰਲ ELDT ਰਿਕੁਆਇਰਮੈਂਟਸ ਹੈਗੀਆਂ ਉਹ ਕੋਈ ਸਟੇਟ ਦੀਆਂ ਕੋਈ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਨੂੰ ਕੋਈ ਰਿਪਲੇਸ ਨਹੀਂ ਕਰਨਾ, ਪਰ ਲੇਕਿਨ ਇਹ ਮਿਨੀਮਮ ਰਿਕੁਆਇਰਮੈਂਟਸ ਨੂੰ ਐਕਸੀਡ ਕਰਦੀਆਂ ਹੈਗੀਆਂ। ਸੋ ਕਿਸੇ ਵੀ ਸਟੇਟ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਉਵੇਂ ਦੀ ਉਵੇਂ ਹੀ ਰਹੇਗੀ, ਪਰ ਲੇਕਿਨ ਇਹ ਜਿਹੜੀਆਂ ਰਿਕੁਆਇਰਮੈਂਟ ਹੈਗੀਆਂ ਸਾਰੇ ਸਟੇਟਸ ਦੀਆਂ ਮਿਨੀਮਮ ਰਿਕੁਆਇਰਮੈਂਟਸ ਤੋਂ ਉੱਪਰ ਹੈਗੀਆਂ। ਸੋ ਅਲਟੀਮੇਟਲੀ ਤੁਹਾਨੂੰ ਇਸ ਲੈਵਲ ਤੇ ਆਉਣਾ ਪੈਣਾ ਹੈਗਾ ਹਰ ਇੱਕ ਸਟੇਟ। ਸੋ ਗੱਲ ਕਰਦੇ ਕਿ ਕਿਹਦੇ ਤੇ ਅਪਲਾਈ ਕਰਦਾ ਆ। ਸੋ ਐਨੀਵਨ, ਕਿਸੇ ਨੇ ਵੀ ਜੇ CDL ਲੈਣਾ ਹੈਗਾ ਫਸਟ ਟਾਈਮ, ਜੇ ਤੁਸੀਂ ਅਪਗ੍ਰੇਡ ਕਰਨਾ ਹੈਗਾ ਆਪਣਾ ਡਰਾਈਵਰ ਲਾਇਸੈਂਸ ਤੋਂ DL ਤੋਂ CDL ਤੇ ਜਾਣਾ ਹੈਗਾ, ਕਲਾਸ A ਕਲਾਸ B ਕਿਸੇ ਕਿਸਮ ਦਾ ਵੀ, ਜੇ ਤੁਸੀਂ ਹੈਜ਼ਰਡਸ ਮਟੀਰੀਅਲ ਪੈਸੇਂਜਰ ਸਕੂਲ ਬੱਸ ਦੀ ਇੰਡੋਰਸਮੈਂਟ ਫਸਟ ਟਾਈਮ ਲੈਣੀ ਹੈਗੀ ਆ ਤੁਹਾਡੇ ਲਈ ਹੈਗਾ। ਸੋ ਇਹਦੇ ਵਿੱਚ ਆਪਾਂ ਗੱਲ ਕਰੀਏ ਕਿ ਕਰੰਟ ਰੂਲ ਕੀ ਕਹਿੰਦਾ ਆ ਤੇ ਜਿਹੜਾ ਹੁਣ ਦਾ ਰੂਲ ਜਿਹੜਾ ELDT ਜਦੋਂ ਟੇਕ ਇਫੈਕਟ ਲਊਗਾ ਉਦੋਂ ਕੀ ਹੋਊਗਾ। ਇੱਥੇ ਜਿਹੜਾ ਕਰੰਟ ਰੂਲ ਹੈਗਾ ਉਹ ਕਹਿੰਦਾ ਕਿ CDL ਟ੍ਰੇਨਿੰਗ ਦੇ ਜਿਹੜੇ ਲੈਵਲਸ ਹੈਗੇ, ਸਟੈਂਡਰਡਸ ਹੈਗੇ ਆ, ਉਹ ਸਟੇਟ ਵੱਲੋਂ ਡਿਟਰਮਿਨ ਕੀਤੇ ਜਾਣਗੇ, ਸਟੇਟ ਵੱਲੋਂ ਸੈੱਟ ਕੀਤੇ ਜਾਣਗੇ। ਜਿਹੜਾ ਨਵਾਂ ELDT ਹੈਗਾ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਰੂਲਸ ਹੈਗੇ ਆ ਉਹ ਮਿਨੀਮਮ ਸਟੈਂਡਰਡ ਜਿਹੜੇ ਆ ਉਹ ਫੈਡਰਲ ਹੋਣਗੇ, ਫੈਡਰਲ ਗਵਰਨਮੈਂਟ ਵੱਲੋਂ ਸੈੱਟ ਕੀਤੇ ਜਾਣਗੇ। ਇਹ ਥੋੜ੍ਹੀ ਜਿਹੀ ਇਕੁਐਲਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਹਿਲਾਂ ਜਿਹੜਾ ਹਰ ਸਟੇਟ ਦੇ ਆਪਣੇ ਆਪਣੇ ਡਿਫਰੈਂਟ ਰੂਲ ਹੈਗੇ ਆ, ਤੇ ਹੁਣ ਜਦੋਂ ਆਪਾਂ ਫੈਡਰਲ ਲੈਵਲ ਦੀ ਗੱਲ ਕਰੀਏ ਤੇ ਉਹਦੇ ਵਿੱਚ ਫਿਰ ਇੱਕ ਯੂਨੀਫਾਰਮਿਟੀ ਆ ਜਾਂਦੀ ਆ। ਐਨੀ ਆਰਗੇਨਾਈਜੇਸ਼ਨ ਜਿਹੜੀ ਆ, ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਆ ਉਹ ਸਟੇਟ ਰਿਕੁਆਇਰਮੈਂਟ ਜੇ ਪੂਰੀਆਂ ਕਰਦੀ ਤਾਂ ਟ੍ਰੇਨਿੰਗ ਪ੍ਰੋਵਾਈਡਰ ਬਣ ਸਕਦੇ ਆ। ਇਹ ਕਰੰਟ ਰੂਲ ਕਹਿੰਦਾ ਆ। ਜਿਹੜਾ ਨਵਾਂ ਰੂਲ ਹੈਗਾ ਆ ਉਹਦੇ ਵਿੱਚ TPR ਦੀ ਰਜਿਸਟਰੀ ਜਿਹੜੀ ਆ ਉਹ CDL ਸਕੂਲ ਦੇ ਲਈ ਮਸਟ ਹੋ ਗਈ ਆ। ਸੋ ਜਿਹੜਾ ਨਵਾਂ ਹੁਣ ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ TPR ਜਿਹੜਾ ਸੈਟਅਪ ਕੀਤਾ ਗਿਆ ਫੈਡਰਲ ਗਵਰਨਮੈਂਟ ਵੱਲੋਂ ਕਿ ਸਾਰੇ ਦੇ ਸਾਰੇ ਸਕੂਲ ਜਿਹੜੇ ਆ ਇਹ ਰਜਿਸਟਰਡ ਹੋਣੇ ਚਾਹੀਦੇ ਆ। ਸੋ ਉਹ ਰਜਿਸਟਰੀ ਤੋਂ ਬਿਨਾਂ ਤੁਸੀਂ ELDT ਦੀ ਟ੍ਰੇਨਿੰਗ ਪ੍ਰੋਵਾਈਡ ਨਹੀਂ ਕਰ ਸਕਦੇ। ਦੂਜੀ ਗੱਲ ਹੈ ਕਿ ਜਿਹੜੇ ਟ੍ਰੇਨਿੰਗ ਸਟੈਂਡਰਡ ਹੈਗੇ ਆ ਉਹ ਬਹੁਤ ਵੇਗ ਹੈਗੇ ਆ, ਸਟੇਟ ਟੂ ਸਟੇਟ ਡਿਫਰ ਕਰਦੇ ਹੈਗੇ, ਜਿੱਦਾਂ ਆਪਾਂ ਪਹਿਲਾਂ ਕਿਹਾ ਆ। ਹੁਣ ਜਿਹੜੇ ਆ ਇਹ ਜਿਹੜਾ ELDT ਰੂਲ ਹੈਗਾ ਇਹ ਸਟੈਂਡਰਡਾਈਜ਼ ਕਰ ਦਿੱਤਾ ਗਿਆ। ਇਹਦੇ ਵਿੱਚ 13 ਥਿਊਰੀ ਕੋਰਸਿਸ ਹੈਗੇ ਆ, 31 ਥਿਊਰੀ ਕੋਰਸਿਸ ਹੈਗੇ ਆ ਜਿਹੜੇ ਟੌਪਿਕਸ ਹੈਗੇ ਆ, ਤੇ 19 ਬਿਹਾਈਂਡ ਦਾ ਵੀਲ ਸਕਿੱਲਸ ਹੈਗੀਆਂ। ਸੋ 31 ਜਿਹੜੇ ਕੋਰਸ ਟੌਪਿਕਸ ਹੈਗੇ ਆ ਉਹ ਹੈਗੇ ਆ ਜਿਹੜੇ ਥਿਊਰੀ ਦੇ ਵਿੱਚ ਆਉਣੇ ਆ, ਤੇ 19 ਜਿਹੜੇ ਆ ਬਿਹਾਈਂਡ ਦਾ ਵੀਲ ਸਕਿੱਲਸ ਦੇ ਵਿੱਚ ਜਿਹੜੀਆਂ 19 ਟੌਪਿਕ ਹੈਗੇ ਆ ਜਿਨ੍ਹਾਂ ਤੇ ਗੱਲ ਹੋਣੀ ਆ। ਤੇ ਇੱਕ ਹੋਰ ਵੀ ਜਿਹੜੀ ਗੱਲ ਆ ਕਿ ਕੋਈ ਇਹਦਾ ਮਿਨੀਮਮ ਨਹੀਂ ਸੈੱਟ ਕੀਤਾ ਗਿਆ, ਪਰ ਜਿਹੜੇ CDL ਸਕੂਲ ਹੈਗੇ ਆ ਉਹਨਾਂ ਨੂੰ ਹਰ ਘੰਟੇ ਦਾ ਵੇਰਵਾ ਰੱਖਣਾ ਪੈਣਾ ਆ। ਹਰ ਘੰਟਾ ਜਿਹੜਾ ਉਹਨੇ ਸਪੈਂਡ ਕੀਤਾ ਬਿਹਾਈਂਡ ਦਾ ਵੀਲ ਉਹਦਾ ਰਿਕਾਰਡ ਰੱਖਣਾ ਪੈਣਾ ਕਿ ਕਿੰਨੇ ਘੰਟੇ ਇੱਕ ਡਰਾਈਵਰ ਨੇ ਟ੍ਰੇਨਿੰਗ ਲੈਣ ਲੱਗੇ ਜਿਹੜੇ ਆ ਉਹ ਬਿਹਾਈਂਡ ਦਾ ਵੀਲ ਸਪੈਂਡ ਕੀਤੇ ਆ। ਇਹ ਵੀ ਇੱਕ ਬਹੁਤ ਵੱਡਾ ਇੰਪੋਰਟੈਂਟ ਪਾਰਟ ਹੈਗਾ ਕਿਉਂਕਿ ਅਲਟੀਮੇਟਲੀ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ TPR ਦੀ, ਜਿਹਦੀ ਮੈਂ ਬਾਅਦ 'ਚ ਜਾ ਕੇ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ TPR ਦੇ ਜਿਹੜੀ ਰਜਿਸਟਰੀ ਹੋਣੀ ਆ
ਉਹਦਾ ਇੱਕ ਉਹਨੂੰ ਯੂਨੀਕ ਆਈਡੀ ਮਿਲਣੀ ਆ, ਔਰ ਉਹ ਆਈਡੀ ਜਿਹੜੀ ਆ ਉਹ CDL ਲਾਇਸੈਂਸ ਲੈਣ ਲੱਗਿਆ ਐਪਲੀਕੇਸ਼ਨ 'ਤੇ ਲਿਖੀ ਜਾਣੀ ਆ। ਸੋ ਅਲਟੀਮੇਟਲੀ ਕੀ ਹੈ ਕਿ ਕੱਲ੍ਹ ਨੂੰ ਜਦੋਂ ਲਾਇਸੈਂਸ ਜਿਹੜਾ ਲੈਂਦਾ ਹੈਗਾ ਉਹਦਾ ਇੱਕ ਨਾ ਇੱਕ ਲਿੰਕ ਕਿਤੇ ਨਾ ਕਿਤੇ ਬਣ ਜਾਂਦਾ ਹੈਗਾ ਕਿ ਕੌਣ ਉਹਦਾ ਇੰਸਟਰਕਟਰ ਸੀਗਾ ਅਤੇ ਕਿਹੜੇ ਸਕੂਲ ਤੋਂ ਉਹਨੇ ਲਾਇਸੈਂਸ ਲਿਆ ਸੀਗਾ। ਸੋ ਇਹ ਕਾਫੀ ਡੀਟੇਲ ਜਿਹੜੀ ਹੋ ਜਾਣੀ ਹੈਗੀ ਆ। ਅਗੇਨ ਜਿਹੜਾ ਹੁਣ ਹੈਗਾ DMV ਰਿਸਪੋਂਸੀਬਲ ਹੈਗੀ ਆ ਟੈਸਟ ਸਕਿੱਲਸ ਦੇ ਲਈ, ਬਿਹਾਈਂਡ ਦਾ ਵੀਲ ਇੰਸਪੈਕਸ਼ਨ ਸਕਿੱਲ, ਜੇ ਕੋਈ ਵੀ ਜਿਹੜੀ ਰਿਟਨ ਜਿਹੜੀ ਰਿਕੁਆਇਰਮੈਂਟ ਜੋ ਵੀ ਕੁਛ ਹੈਗਾ ਇਸ ਵੇਲੇ DMV ਜਿਹੜੀ ਆ ਉਹ ਹੈਗੀ ਆ ਰਿਸਪੋਂਸੀਬਲ ਹੈਗੀ ਆ। ਜਿਹਦੇ ਵਿੱਚ ਹੁਣ ਜਿਹੜਾ ਨਵਾਂ ਬਣਿਆ ਹੈਗਾ ਉਹਦੇ ਵਿੱਚ CDL ਸਕੂਲ ਮਸਟ ਐਡਮਿਨਿਸਟਰ ਰਿਟਨ ਟੈਸਟ ਐਂਡ ਸ਼ੇਅਰ ਸਟੂਡੈਂਟ ਸਕੋਰ ਵਿਦ DOT। ਅਤੇ ਉਹਦੇ ਵਿੱਚ ਹੈ ਕਿ ਜਿਹੜਾ ਰਿਟਨ ਟੈਸਟ ਹੈਗਾ ਉਹ CDL ਸਕੂਲ ਜਿਹੜੇ ਹੈਗੇ ਆ ਉਹ ਐਡਮਿਨਿਸਟਰ ਕਰਨਗੇ। 80% ਪਾਸਿੰਗ ਹੈਗਾ ਅਤੇ ਉਹਨਾਂ ਨੂੰ ਹਰ ਸਟੂਡੈਂਟ ਦਾ ਜਿਹੜਾ ਸਕੋਰ ਆ, ਹਰ ਸਟੂਡੈਂਟ ਦਾ ਜਿਹੜਾ ਟੈਸਟ ਹੈਗਾ ਉਹ ਸ਼ੇਅਰ ਕਰਨਾ ਪਊਗਾ DOT ਦੇ ਨਾਲ। ਅਤੇ ਜਿਹੜੀ ਬਿਹਾਈਂਡ ਦਾ ਵੀਲ ਇੰਸਪੈਕਸ਼ਨ ਸਕਿੱਲਸ ਹੈਗੀਆਂ ਟੈਸਟ ਹੈਗੇ ਆ ਉਹ ਸਟਿਲ ਅਜੇ ਵੀ DMV ਦੇ ਕੋਲ ਹੀ ਰਹਿਣਗੇ, ਜਿਹੜੇ ਕਿ ਪਹਿਲਾਂ ਵੀ DMV ਦੇ ਕੋਲ ਸੀ। ਸਿਰਫ ਰਿਟਨ ਟੈਸਟ ਜਿਹੜਾ ਸੀਗਾ ਉਹ ਜਿਹੜਾ ਪ੍ਰਾਈਵੇਟ ਜਿਹੜੇ CDL ਸਕੂਲਸ ਹੈਗੇ ਜਿਹੜੇ ਰਜਿਸਟਰਡ ਹੋਣਗੇ ਉਹਨਾਂ ਦੇ ਕੋਲ ਹੋਊਗਾ। ਸੋ DMV ਦੇ ਇੱਕ ਹੋਰ ਜਿਹੜਾ ਅੱਗੇ ਚੱਲ ਕੇ ਜਿਹੜਾ ਹੁਣ ਕਰੰਟ ਰੂਲ ਹੈਗਾ ਉਹਦੇ ਵਿੱਚ ਇੰਸਟਰਕਟਰ ਬਾਰੇ ਕੋਈ ਵੀ ਮਿਨੀਮਮ ਰਿਕੁਆਇਰਮੈਂਟ ਨਹੀਂ ਹੈਗੀ, ਪਰ ਜਿਹੜਾ ਨਵਾਂ ਰੂਲ ਆ ਰਿਹਾ ਹੈਗਾ ਉਹਦੇ ਵਿੱਚ ਮੈਂਡੇਟ ਹੈਗੀ ਆ ਕਿ ਜਿਹੜਾ ਇੰਸਟਰਕਟਰ ਹੈਗਾ ਆ ਉਹਦੀਆਂ ਜਿਹੜੀਆਂ ਮਿਨੀਮਮ ਕੁਆਲੀਫਿਕੇਸ਼ਨਸ ਜਿਹੜੀਆਂ ਉਹ ਸੈੱਟ ਕਰ ਦਿੱਤੀਆਂ ਗਈਆਂ ਆ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਦੇ ਰੂਲ ਦੇ ਵਿੱਚ ਤੇ ਕੱਲ੍ਹ ਦੇ ਜਿਹੜਾ ਆਉਣ ਵਾਲਾ ਰੂਲ ਹੈਗਾ ਅਗਲੇ ਸਾਲ ਦਾ ਉਹਦੇ ਵਿੱਚ ਡਿਫਰੈਂਸਿਸ ਹੈਗੇ ਆ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅਗਲੇ ਹਿੱਸੇ ਦੇ ਵਿੱਚ ਹੋਰ ਜਿਹੜੀ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਕਦੋਂ ਇਹ ਲਾਗੂ ਹੋਣ ਜਾ ਰਿਹਾ, ਕਦੋਂ ਕੀ ਹੋ ਰਿਹਾ, ਸਾਰਾ ਕੁਛ ਆ। ELDT ਇੰਪੋਰਟੈਂਟ ਕਿਉਂ ਆ, ਤੇ ਤੁਸੀਂ ਇੱਦਾਂ ਹੀ ਸੁਣਦੇ ਰਹੋ ਤੇ ਆਪਾਂ ਮਿਲਦੇ ਹਾਂ ਆਪ ਜੀ ਨੂੰ ਛੋਟੀ ਜੀ ਬ੍ਰੇਕ ਤੋਂ ਬਾਅਦ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers' compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ। ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨਾ, ਪੰਜਾਬੀ ਟਰੱਕਿੰਗ 360 ਦਾ ਐਪੀਸੋਡ। ਸੋ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ELDT ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਦੀ, ਜਿਹੜਾ ਕਿ ਅਗਲੇ ਸਾਲ ਫਰਵਰੀ 7, 2022 ਤੋਂ ਲਾਗੂ ਹੋਣ ਜਾ ਰਿਹਾ। ਕਿਸ ਰੀਜ਼ਨ ਕਰਕੇ ਇੰਪੋਰਟੈਂਟ ਹੈਗਾ ਜਿਹੜਾ ELDT ਪ੍ਰੋਗਰਾਮ ਹੈਗਾ? ਕਹਿੰਦੇ ਆ ਕਿ ਜਿਹੜੀ ਪਹਿਲਾਂ ਇਸ ਤੋਂ ELDT ਤੋਂ ਪਹਿਲਾਂ ਜਿਹੜੀ ਟ੍ਰੇਨਿੰਗ ਹੈਗੀ ਆ CDL ਦੀ ਟ੍ਰੇਨਿੰਗ, ਉਹ ਸਟੇਟ ਬਾਏ ਸਟੇਟ ਵੇਰੀ ਕਰਦੀ ਆ ਬਹੁਤ। ਹਰ ਸਟੇਟ ਦੇ ਵਿੱਚ ਡਿਫਰੈਂਟ ਹੈਗੀ ਆ, ਕਿਤੇ ਕੁਛ ਹੈ ਕਿਤੇ ਕੁਛ ਆ। ਸੋ ਉਹਦੇ ਕੌਨਸੀਕੁਐਂਸਸ ਬੜੇ ਡੈਵਸਟੇਟਿੰਗ ਹੈਗੇ ਆ, ਕਿਉਂਕਿ ਜਿਹੜੇ ਡਰਾਈਵਰ ਹੈਗੇ ਆ ਫੁੱਲੀ ਟ੍ਰੇਨਡ ਹੋ ਕੇ ਨਹੀਂ ਆਉਂਦੇ ਰੋਡ ਦੇ ਉੱਤੇ। ਸੋ ਕਿਸੇ ਸਟੇਟ ਦੇ ਵਿੱਚ ਟ੍ਰੇਨਿੰਗ ਸਟ੍ਰਿਕਟ ਹੈਗੀ ਆ, ਕਿਸੇ 'ਚ ਨਹੀਂ ਸਟ੍ਰਿਕਟ ਹੈਗੀ। ਸੋ ਇਸ ਕਰਕੇ ਇਹਨੂੰ ਇੱਕ ਲੈਵਲ ਪਲੇਇੰਗ ਫੀਲਡ ਬਣਾਉਣ ਦੇ ਲਈ ਜਿਹੜਾ ਹੈਗਾ ਕਿ ਇਹਨੂੰ ਤਿਆਰ ਕੀਤਾ ਗਿਆ ਕਿ ਤਾਂ ਕਿ ਸਾਰੀਆਂ ਸਟੇਟਸ ਜਿਹੜੀਆਂ ਆ ਉਹ ਬਿਲਕੁਲ ਇੱਕ ਲੈਵਲ 'ਤੇ ਹੋਣ। ਸੋ ਇਹ ਜਿਹੜੀ ਚੀਜ਼ ਹੈ ਇਹਦੇ ਕਰਕੇ ਇਹ ਜਿਹੜਾ CDTL ਪ੍ਰੋਗਰਾਮ ਹੈਗਾ, ELDT ਪ੍ਰੋਗਰਾਮ ਹੈਗਾ, ਇਹ ਸ਼ੁਰੂ ਕੀਤਾ ਜਾ ਰਿਹਾ ਹੈਗਾ। ਸੋ ਹੁਣ ਇਹਦੇ ਵਿੱਚ ਆ ਜਾਂਦੀ ਹੈ ਕਿ ਇੱਕ ਗੱਲ ਆਪਾਂ ਹੁਣੇ ਕੀਤੀ ਸੀ ਕਿ ਜਿਹੜਾ ਤੁਹਾਡਾ ELDT ਹੈਗਾ ਪ੍ਰੋਗਰਾਮ, ਇਹਦਾ ਟ੍ਰੇਨਿੰਗ ਪ੍ਰੋਵਾਈਡਰ ਹੋਣ ਦੇ ਲਈ ਤੁਹਾਡਾ ਜਿਹੜਾ ਸਕੂਲ ਆ ਉਹ ਰਜਿਸਟਰਡ ਹੋਣਾ ਚਾਹੀਦਾ। ਸੋ ਜੇ ਤੁਸੀਂ TPR ਰਜਿਸਟਰੀ ਦੇ ਵਿੱਚ ਤੁਹਾਡਾ ਨਹੀਂ ਹੈਗੇ, ਰਜਿਸਟਰਡ ਨਹੀਂ ਹੈਗੇ, ਅਤੇ ਫਿਰ ਤੁਸੀਂ ELDT ਦੀ ਜਿਹੜੀ ਟ੍ਰੇਨਿੰਗ ਹੈਗੀ ਆ ਆਪਣੇ ਟਰੱਕ ਸਕੂਲ ਦੇ ਵਿੱਚ ਨਹੀਂ ਪ੍ਰੋਵਾਈਡ ਕਰ ਸਕਦੇ, ਜਾਂ ਤੁਸੀਂ ਆਥੋਰਾਈਜ਼ ਨਹੀਂ ਹੈਗੇ। ਸੋ ਉਹਦੀ ਆਥੋਰਾਈਜ਼ੇਸ਼ਨ ਲਈ ਤੁਹਾਨੂੰ DOT ਦੀ ਜਿਹੜੀ ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ ਹੈਗੀ ਆ TPR, ਉਹਦੇ ਉੱਤੇ ਜਾ ਕੇ ਤੁਹਾਨੂੰ ਜਿਹੜਾ ਆ ਆਪਣੇ ਆਪ ਨੂੰ ਸਕੂਲ ਨੂੰ ਰਜਿਸਟਰ ਕਰਨਾ ਪਊਗਾ। ਸੋ ਤਾਂ ਕਿ ਤੁਸੀਂ ਜਿਹੜੇ ਆ ਕਿ ਕੁਆਲੀਫਾਈਡ ਹੋ ਸਕੋ, ਤੁਸੀਂ ਉਹ ਸ਼ਰਤਾਂ ਪੂਰੀਆਂ ਕਰੋ ਸਾਰੀਆਂ ਇੱਕ ਟ੍ਰੇਨਿੰਗ ਸਕੂਲ ਦੀਆਂ, ਅਤੇ ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਟ੍ਰੇਨਿੰਗ
ਟ੍ਰੇਨਿੰਗ ਹੈਗੀ ਆ, ਫੈਡਰਲੀ ਮੈਂਡੇਟਡ ਟ੍ਰੇਨਿੰਗ ਹੈਗੀ ਆ, ਇਹ ਪ੍ਰੋਵਾਈਡ ਕਰ ਸਕਦੇ ਹੈਗੇ ਆ। ਸੋ ਇੱਕ ਗੱਲ ਬੜੀ ਹੋਰ ਕਹੀ ਜਾਂਦੀ ਹੈ ਕਿ ਜਿਹੜਾ ELDT ਪ੍ਰੋਗਰਾਮ ਹੈਗਾ ਇਹ ਸਿਰਫ CDL ਸਕੂਲਸ ਵਾਸਤੇ ਹੈਗਾ। ਇਹ ਸਹੀ ਗੱਲ ਨਹੀਂ ਹੈਗੀ। ਇਹ ਹਰ ਇੱਕ ਕੰਪਨੀ ਵਾਸਤੇ ਹੈਗਾ ਜਿਹੜੀ ਐਂਟਰੀ ਲੈਵਲ CDL ਦਾ ਕੰਮ ਕਰਦੀ ਹੈਗੀ ਆ, ਜਿਹਦੇ ਵਿੱਚ ਚਾਹੇ ਉਹ ਪ੍ਰਾਈਵੇਟ ਫਲੀਟ ਦਾ ਆਪਣਾ ਸਕੂਲ ਹੈਗਾ, ਚਾਹੇ ਕੋਈ ਫॉर प्रॉफिट CDL ਹੈ, ਕੋਈ ਨਾਨ ਪ੍ਰੋਫਿਟ ਸਕੂਲ ਹੈਗਾ, ਚਾਹੇ ਉਹ ਕਮਿਊਨਿਟੀ ਕਾਲਜਸ ਹੈਗੇ ਆ, ਕੋਈ ਟ੍ਰੇਡ ਆਰਗੇਨਾਈਜੇਸ਼ਨ ਹੈਗੀਆਂ, ਜਾਂ ਜਿਹੜੀਆਂ ਪ੍ਰਾਈਵੇਟ ਫਲੀਟਸ ਆਪਣਾ ਪ੍ਰੋਗਰਾਮ ਵੀ ਰਨ ਕਰਦੀਆਂ ਹੈਗੀਆਂ, ਟਾਕ ਟੂ ਡਰਾਈਵਰ ਪ੍ਰੋਗਰਾਮ ਹੈਗਾ, ਓਵਰ ਦਾ ਰੋਡ ਫਲੀਟਸ ਹੈਗੀਆਂ। ਇਹਨਾਂ ਸਾਰੀਆਂ ਜਿਹੜੀਆਂ ਫਲੀਟਸ ਹੈਗੀਆਂ, ਸਾਰੀਆਂ ਜਿਹੜੀਆਂ ਏਜੰਸੀਜ਼ ਹੈਗੀਆਂ, ਸਾਰੀਆਂ ਜਿਹੜੀਆਂ ਕੰਪਨੀਜ਼ ਹੈਗੀਆਂ, ਇਹਨਾਂ ਵਾਸਤੇ ELDT ਰੂਲ ਜਿਹੜਾ ਹੈਗਾ ਉਹ ਲਾਗੂ ਹੁੰਦਾ ਹੈਗਾ। ਸੋ ਪ੍ਰੋਸੈਸ ਆਫ ਬਿਕਮਿੰਗ ਅਪਰੂਵਡ ਟ੍ਰੇਨਿੰਗ ਪ੍ਰੋਵਾਈਡਰ ਦਾ ਟ੍ਰੇਨਿੰਗ ਪ੍ਰੋਵਾਈਡਰ ਬਣਨ ਦਾ ਜਿਹੜਾ ਪ੍ਰੋਸੈਸ ਹੈਗਾ ਉਹਦੇ 'ਚ ਹੈਗਾ ਕਿ ਤੁਹਾਨੂੰ ਇਲੈਕਟ੍ਰੋਨਿਕ ਐਪਲੀਕੇਸ਼ਨ ਜਿਹੜੀ ਆ ਉਹ ਸਬਮਿਟ ਕਰਨੀ ਪੈਣੀ ਆ ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ ਦੇ ਉੱਤੇ। ਉਹਨਾਂ ਦੀ ਵੈਬਸਾਈਟ ਦੇ ਉੱਤੇ ਤੁਹਾਨੂੰ ਇਲੈਕਟ੍ਰੋਨਿਕ ਐਪਲੀਕੇਸ਼ਨ ਭਰਨੀ ਪੈਣੀ ਆ। ਉਸ ਤੋਂ ਬਾਅਦ ਸੈਲਫ ਸਰਟੀਫਿਕੇਸ਼ਨ ਕਰਨੀ ਪੈਣੀ ਆ ਕਿ ਤੁਸੀਂ ELDT ਦੀਆਂ ਸਾਰੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਦੇ ਹੈਗੇ ਆ। ਇੱਥੇ ਮੈਂ ਥੋੜ੍ਹਾ ਜਿਹਾ ਡਿਫਰ ਕਰਦਾ ਹੈਗਾ, ਸੈਲਫ ਸਰਟੀਫਿਕੇਸ਼ਨ ਨਹੀਂ ਹੋਣੀ ਚਾਹੀਦੀ ਹੈ, ਥਰਡ ਪਾਰਟੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ। ਸੈਲਫ ਸਰਟੀਫਿਕੇਸ਼ਨ ਫਿਰ ਇੱਕ ਲੂਜ਼ ਐਂਡ ਹੈਗਾ ਜਿਹੜਾ ਕਿ ਅੱਗੇ ਜਾ ਕੇ ਸ਼ਾਇਦ ਹੋ ਸਕਦਾ ਕਿ ਥਰਡ ਪਾਰਟੀ ਸਰਟੀਫਿਕੇਸ਼ਨ ਹੋਵੇ, ਜਿੱਦਾਂ ELD ਦੇ ਵਿੱਚ ਸੈਲਫ ਸਰਟੀਫਿਕੇਸ਼ਨ ਹੈਗੀ ਹੈ, ਤੇ ਹੁਣ ਸਾਨੂੰ ਪਤਾ ਹੀ ਹੈ ELD ਦੇ ਵਿੱਚ ਕੀ ਹੋ ਰਿਹਾ। ਸੋ ਇੱਕ ਬਹੁਤ ਵੱਡੇ ਚੀਜ਼ ਦੇ ਉੱਤੇ ਚੱਲ ਰਹੇ ਹੈਗੇ, ਪਰ ਇਹਨੂੰ ਸੈਲਫ ਸਰਟੀਫਿਕੇਸ਼ਨ ਦੀ ਥਾਂ ਤੇ ਥਰਡ ਪਾਰਟੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਸੀਗੀ। ਉਸ ਤੋਂ ਬਾਅਦ ਤੁਹਾਨੂੰ ਅੰਡਰ ਪੈਨਲਟੀ ਆਫ ਪਰਜਰੀ ਤੁਹਾਨੂੰ ਓਥ ਲੈਣੀ ਪੈਣੀ ਆ ਕਿ ਤੁਸੀਂ ਉਹ ਸਾਰਾ ਪ੍ਰੋਗਰਾਮ ਜਿਹੜਾ ELDT ਦੇ ਕਰਿਕੂਲਮ ਦੇ ਅਨੁਸਾਰ ਸਿਖਾਓਗੇ। ਸੋ ਇਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਆ ਕਿ ਜੇ ਤੁਸੀਂ ਅੰਡਰ ਪਰਜਰੀ ਜਾਂ ਅੰਡਰ ਪੈਨਲਟੀ ਆਫ ਪਰਜਰੀ ਤੁਸੀਂ ਓਥ ਲੈਂਦੇ ਆ, ਤੇ ਉਹ ਕੱਲ੍ਹ ਨੂੰ ਤੁਹਾਡਾ ਜੇ ਤੁਸੀਂ ਕੋਈ ਐਸਾ ਗੜਬੜ ਕਰਦੇ ਤਾਂ ਤੁਹਾਡੇ ਖਿਲਾਫ ਹੋ ਜਾਂਦੀ ਆ। ਤੇ ਨਾਲ ਹੀ ਇਸ ਤੋਂ ਬਾਅਦ ਆ ਕਿ ਜਦੋਂ ਤੁਹਾਡਾ ELDT ਕੰਪਲਾਇੰਸ ਦਾ ਆਡਿਟ ਆਊਗਾ, ਤੁਹਾਡੇ ਸਕੂਲ ਦਾ ਆਡਿਟ ਆਊਗਾ, ਤੇ ਇਹ ਡਾਕੂਮੈਂਟੇਸ਼ਨ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਨਾ ਪੈਣਾ ਐਜ਼ ਅ TPR ਪ੍ਰੋਵਾਈਡਰ ਜਿਹੜਾ ਆ। ਸੋ ਤੁਹਾਨੂੰ ਜਦੋਂ ਇੱਥੇ ਤੁਹਾਡੀ ਰਜਿਸਟਰੀ ਹੋ ਜੂਗੀ, ਉਸ ਤੋਂ ਬਾਅਦ ਤੁਹਾਨੂੰ ਯੂਨੀਕ ਟ੍ਰੇਨਿੰਗ ਪ੍ਰੋਵਾਈਡਰ ID ਨੰਬਰ ਮਿਲੂਗਾ, ਜਿਹੜਾ ਕਿ ਡਰਾਈਵਰ ਟ੍ਰੇਨਿੰਗ ਦੇ ਰੈਕਰਡਸ, ਕਮਰਸ਼ੀਅਲ ਡਰਾਈਵਰ ਲਾਇਸੈਂਸ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਹੋਊਗਾ, ਜਿੱਥੇ ਕਿ ਲੋਕਲ ਜਿਹੜੀ DMV ਹੈਗੀ ਆ ਉਹ ਨੰਬਰ ਦੇ ਜ਼ਰੀਏ ਇੱਕ CDL ਐਪਲੀਕੈਂਟ ਦਾ ਰੈਕਰਡ ਦੇ ਥਰੂ ਯੂਜ਼ ਕਰ ਸਕਦੀ ਜਾ ਕੇ ਦੇਖਣ ਨੂੰ ਵੀ ਇਹਦਾ ਜਿਹੜਾ ਬੈਕ ਐਂਡ ਹੈਗਾ ਇੱਥੋਂ ਕਿੱਥੋਂ ਕੀ ਕੁਛ ਹੋਇਆ ਹੈਗਾ। ਉਸ ਤੋਂ ਬਾਅਦ ਸਵਾਲ ਆ ਜਾਂਦਾ ਕਿ ਕੁਆਲੀਫਾਈਡ ਇੰਸਟਰਕਟਰ, ਇਹ ਵੀ ਆਪਣੇ ਪਿੱਛੇ ਆਪਾਂ ਗੱਲ ਕੀਤੀ ਸੀ, ਉਹਦੇ 'ਚ ਆਇਆ ਸੀਗਾ ਕਿ ਇੱਕ ਸਕੂਲ ਦੇ ਨਾਲ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ ਕਿ ਜਿਹੜੇ ਇੰਸਟਰਕਟਰ ਸਕੂਲਾਂ ਦੇ ਵਿੱਚ ਸਿਖਾਉਂਦੇ ਹੈਗੇ ਆ, ਉਹ ਜਿਹੜੇ ਆ ਇੰਸਟਰਕਟਰ ਕੁਆਲੀਫਾਈਡ ਹੋਣੇ ਚਾਹੀਦੇ ਆ। ਤੇ ਆਪਾਂ ਇੱਥੇ ਗੱਲ ਕਰਦੇ ਕਿ ਕੁਆਲੀਫਾਈਡ ਇੰਸਟਰਕਟਰ ਹੋਣ ਦਾ ਕੀ ਮਤਲਬ ਹੈਗਾ। ਉਹਦਾ ਮਤਲਬ ਹੈਗਾ ਕਿ ਜਿਹੜਾ ਇੰਸਟਰਕਟਰ ਹੈਗਾ ਉਹਦੇ ਕੋਲ CDL ਲਾਇਸੈਂਸ ਜਾਂ ਹਾਇਰ ਕਲਾਸ ਦਾ ਲਾਇਸੈਂਸ, ਜਿਹੜੀ ਉਹ ਟ੍ਰੇਨਿੰਗ ਦੇ ਰਿਹਾ ਉਸ ਤੋਂ ਉੱਪਰ ਜਾਂ ਉਹਦੇ ਬਰਾਬਰ ਦਾ ਲਾਇਸੈਂਸ ਹੋਣਾ ਜ਼ਰੂਰੀ ਹੈਗਾ। ਉਸ ਤੋਂ ਬਾਅਦ ਜਿਹੜੀ ਸੈਕਿੰਡ ਉਹਦੇ ਵਿੱਚ ਚੀਜ਼ ਹੈਗੀ ਕਿ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਹਨੂੰ ਓਵਰ ਦਾ ਰੋਡ ਦਾ। ਸੋ ਬਿਹਾਈਂਡ ਦਾ ਵੀਲ ਇੰਸਟਰਕਟਰ ਜਿਹੜਾ ਹੈਗਾ ਉਹਨੂੰ 2 ਸਾਲ ਦਾ ਜਿਹੜਾ ਐਕਸਪੀਰੀਅੰਸ ਜਿਹੜਾ ਆ ਓਵਰ ਦਾ ਰੋਡ ਦਾ ਹੋਣਾ ਚਾਹੀਦਾ। ਉਹਨੇ ਆਪ 2 ਸਾਲ ਘੱਟੋ ਘੱਟ ਟਰੱਕ ਚਲਾਇਆ ਹੋਣਾ ਚਾਹੀਦਾ। ਪਰ 2 ਐਕਸੈਪਸ਼ਨਸ ਵੀ ਦੇ ਦਿੱਤੀਆਂ ਇੱਥੇ ਫਿਰ ਗੌਰਮੈਂਟ ਨੇ, ਔਰ ਉਹ ਜਿਹੜੀ ਐਕਸੈਪਸ਼ਨਸ ਦਿੱਤੀਆਂ ਹੈਗੀਆਂ ਉਹ ਇੱਦਾਂ ਹੈਗੀਆਂ ਕਿ ਥਿਊਰੀ ਇੰਸਟਰਕਟਰ ਜਿਹੜਾ ਹੈਗਾ, ਥਿਊਰੀ ਜਿਹੜਾ 31 ਸਬਜੈਕਟ 31 ਚੀਜ਼ਾਂ ਦੇ ਉੱਤੇ ਥਿਊਰੀ ਦੇ ਜਿਹੜੇ ਲੈਸਨਸ ਦੇਣੇ ਹੈਗੇ ਆ, ਉਹਨਾਂ ਦੇ ਲਈ ਰਿਕੁਆਇਰਡ ਨਹੀਂ ਹੈਗਾ ਕਿ ਉਹਨਾਂ ਕੋਲ CDL ਹੋਵੇ। ਪਰ ਜੇ ਉਹਨਾਂ ਨੇ ਪ੍ਰੀਵੀਅਸਲੀ CDL ਮਤਲਬ ਕਿ ਹੋਲਡ ਕੀਤਾ, ਚਲਾਇਆ ਟਰੱਕ, ਤੇ ਉਹ ਉਹਨਾਂ ਦਾ ਬੈਨੀਫਿਟ ਰਹੂਗਾ। ਤੇ ਦੂਸਰੀ ਹੈਗੀ ਆ ਕਿ ਜਿਹੜਾ ਬਿਹਾਈਂਡ ਦਾ ਵੀਲ ਇੰਸਟਰਕਟਰ ਆ, ਜਿਹੜਾ ਟ੍ਰੇਨਿੰਗ ਪ੍ਰੋਵਾਈਡ ਕਰ ਰਿਹਾ ਸੋਲਲੀ ਇਨ ਦਾ ਰੇਂਜ, ਉਹ ਪਬਲਿਕ ਰੋਡ ਤੇ ਨਹੀਂ ਟਰੱਕ ਚਲਾ ਰਿਹਾ ਹੈਗਾ ਜਿਹੜਾ ਬਿਹਾਈਂਡ ਦਾ ਵੀਲ ਇੰਸਟਰਕਟਰ ਹੈਗਾ। ਸੋ ਇਹਦੇ 'ਚ ਇਹ ਦੱਸ ਦਿਆਂ ਮੈਂ ਕਿ ਜਿਹੜਾ ELDT ਪ੍ਰੋਗਰਾਮ ਹੈਗਾ ਇਹਦੇ 'ਚ 3 ਲੈਵਲ ਕੀਤੇ, 3 ਤਰੀਕੇ ਆ, 3 ਜਗ੍ਹਾ ਬਣਾਈਆਂ ਹੋਈਆਂ, ਇੱਕ ਥਿਊਰੀ ਦੀ, ਇੱਕ ਜਿਹੜੀ ਬਿਹਾਈਂਡ ਦਾ ਵੀਲ ਰੇਂਜ ਦੇ ਵਿੱਚ ਮਤਲਬ ਕਿ ਯਾਰਡ ਦੇ ਵਿੱਚ, ਇੱਕ ਬਿਹਾਈਂਡ ਦਾ ਵੀਲ ਔਨ ਦਾ ਪਬਲਿਕ ਰੋਡ। ਸੋ ਇੱਥੇ ਜਿਹੜੀ ਐਕਸੈਪਸ਼ਨ ਹੈਗੀ ਆ, ਐਗਜ਼ੰਪਸ਼ਨ ਹੈਗੀ ਆ, ਉਹ ਹੈਗੀ ਆ ਕਿ ਬਿਹਾਈਂਡ ਦਾ ਵੀਲ ਇੰਸਟਰਕਟਰ ਜੇ ਯਾਰਡ ਦੇ ਵਿੱਚ ਟਰੱਕ ਸਿਖਾ ਰਿਹਾ ਤੇ ਉਹਨੂੰ CDL ਦੀ ਰਿਕੁਆਇਰਮੈਂਟ ਨਹੀਂ ਰੱਖੀ ਗਈ ਹੈਗੀ। ਜੇ ਉਹਦੇ ਕੋਲ CDL ਹੈਗਾ ਤੇ ਉਹ ਉਹਦੀ ਇੰਪੋਰਟੈਂਟ ਹੈਗਾ, ਉਹਦੇ ਲਈ ਵਧੀਆ ਹੈਗਾ। ਇਹ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਇਹ ਇਨ ਐਡੀਸ਼ਨ ਟੂ ਸਟੇਟ ਲੈਵਲ ਰਿਕੁਆਇਰਮੈਂਟ ਹੈਗੀਆਂ। ਸੋ ਜੇ ਸਟੇਟ ਦੀਆਂ ਕੋਈ ਰਿਕੁਆਇਰਮੈਂਟਸ ਹੈਗੀਆਂ ਉਹਦੇ ਐਡੀਸ਼ਨ ਦੇ ਵਿੱਚ ਰਿਕੁਆਇਰਮੈਂਟਸ ਹੈਗੀਆਂ, ਇਹ ਮਤਲਬ ਸਿੰਪਲੀ ਨਹੀਂ ਕਿ ਇੱਦਾਂ ਹੀ ਇਹੋ ਹੀ ਇਕੱਲੀਆਂ। ਸੋ ਇੱਥੇ ਆਪਾਂ ਗੱਲ ਕਰਾਂਗੇ ਕਿ ਜਿਹੜੀ ELDT ਟ੍ਰੇਨਿੰਗ ਰਿਕੁਆਇਰਮੈਂਟਸ ਹੈਗੀਆਂ ਉਹ ਕੀ ਆ। ਜਿਹੜੀਆਂ ELDT ਟ੍ਰੇਨਿੰਗ ਰਿਕੁਆਇਰਮੈਂਟਸ ਆ ਉਹਦੇ ਵਿੱਚ ਕੀ ਆਉਂਦਾ।
ELDT ਥਿਓਰੀ ਪੋਰਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਉਹਦੇ ਵਿੱਚ ਜਿਹੜੀਆਂ CDL ਸਕੂਲ ਹੈਗੇ ਆ ਉਹ ਜਿਹੜੇ ਉਹਨਾਂ ਨੂੰ ਡਰਾਈਵਰ ਟ੍ਰੇਨਿੰਗਸ ਨੂੰ ਜਿਹੜਾ ਆ 30+ ਏਰੀਆਜ਼ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਸਿਖਲਾਈ ਦੇਣੀ ਹੈਗੀ ਆ। ਸੋ ਆਲਮੋਸਟ ਕਾਫੀ ਡੀਟੇਲ ਹੈਗਾ ਆ ਇਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਹੈਗੀਆਂ। ਸੋ ਮੈਨੂੰ ਲੱਗਦਾ ਕਿ ਆਪਣਾ ਪ੍ਰੋਗਰਾਮ ਵੀ ਜਿਹੜਾ ਆ ਇੱਥੇ ਸਮਾਪਤੀ ਦੇ ਕੰਢੇ ਤੇ ਹੈਗਾ ਤੇ ਇਸ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਪਾਂ ਜਿਹੜਾ ਨੈਕਸਟ ਪ੍ਰੋਗਰਾਮ ਹੈਗਾ ਇਹਦਾ ਉਹਦੇ ਵਿੱਚ ਆਪਾਂ ELDT ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਡੀਟੇਲ ਦੇ ਵਿੱਚ ਗੱਲ ਕਰਾਂਗੇ। ਜਿਹੜੇ 30+ ਏਰੀਆਜ਼ ਦਿੱਤੇ ਗਏ ਆ ਉਹਨਾਂ ਦੇ ਉੱਤੇ ਆਪਾਂ ਡੀਟੇਲਸ ਦੇ ਵਿੱਚ ਗੱਲ ਕਰਾਂਗੇ ਤੇ ਤੁਸੀਂ ਇਹ ਪ੍ਰੋਗਰਾਮ ਇੱਦਾਂ ਹੀ ਸੁਣਦੇ ਰਹਿਣਾ। ਜਿਹੜਾ ਨੈਕਸਟ ਪ੍ਰੋਗਰਾਮ ਆਏਗਾ ਉਹਦੇ ਵਿੱਚ ਇਹ ਡੀਟੇਲਸ ਜਿਹੜੀਆਂ ਤੁਹਾਨੂੰ ਮਿਲਣਗੀਆਂ। ਤੇ ਹੁਣ ਆਪਾਂ ਆਪਣੇ ਜਿਹੜੇ ਲਿਸਨਰਸ ਹੈਗੇ ਆ, ਜਿਹੜੇ ਆਪਣੇ ਸੁਣਨ ਵਾਲੇ ਹੈਗੇ ਆ, ਉਹਨਾਂ ਦੇ ਨਾਲ ਫਿਰ ਇੱਕ ਵਾਰੀ ਇਹ ਗੱਲ ਕਵਾਂਗੇ ਕਿ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਹੈਗੇ ਆ, ਜੇ ਤੁਸੀਂ ਇਸ ਪ੍ਰੋਗਰਾਮ ਦੇ ਤੋਂ ਆਪਣੀ ਤੁਹਾਨੂੰ ਵਧੀਆ ਐਜੂਕੇਸ਼ਨ ਜਾਂ ਵਧੀਆ ਨੌਲੇਜ ਮਿਲਦੀ ਹੈਗੀ ਆ ਤੇ ਪਲੀਜ਼ ਤੁਸੀਂ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਜੇ ਤੁਸੀਂ ਅਜੇ ਤੱਕ ਸਾਡਾ ਜਿਹੜਾ ਚੈਨਲ ਹੈਗਾ ਆ ਸਾਊਂਡ ਕਲਾਊਡ ਦੇ ਉੱਤੇ ਲਾਈਕ ਨਹੀਂ ਕੀਤਾ ਤੇ ਪਲੀਜ਼ ਸਾਊਂਡ ਕਲਾਊਡ 'ਤੇ ਜਾ ਕੇ ਤੁਸੀਂ ਇਸ ਰਮਨ ਢਿੱਲੋਂ ਸ਼ੋਅ ਨੂੰ ਫੋਲੋ ਕਰ ਸਕਦੇ ਆ, ਜਿਹਦੇ ਵਿੱਚ ਕਿ ਤੁਹਾਨੂੰ ਟਰੱਕਿੰਗ ਦੇ ਨਾਲ ਰਿਲੇਟਡ ਐਵਰੀਥਿੰਗ, ਅਸੀਂ ਜੋ ਵੀ ਗੱਲ ਕਰਦੇ ਹਾਂ ਟਰੱਕਿੰਗ ਨਾਲ ਰਿਲੇਟਡ ਹੀ ਕਰਦੇ ਹਾਂ। ਸੋ ਤੁਹਾਨੂੰ ਉਹਦੇ ਵਿੱਚ ਸਾਰਾ ਕੁਛ ਜਿਹੜਾ ਟਰੱਕਿੰਗ ਦੇ ਰਿਲੇਟਡ ਮਿਲ ਸਕਦਾ। ਤੇ ਮਿਲਦੇ ਹਾਂ ਜੀ ਇਸ ਦੀ ਦੂਜੀ ਲੜੀ ਦੇ ਵਿੱਚ, ਇਸ ਪ੍ਰੋਗਰਾਮ ਦੀ ELDT ਟ੍ਰੇਨਿੰਗ ਜਿਹੜੀ ਹੈਗੀ ਆ ਉਹਦੀ ਰਿਕੁਆਇਰਮੈਂਟਸ ਦੇ ਸਿਲਸਿਲੇ ਦੇ ਵਿੱਚ ਆਪਾਂ ਮਿਲਦੇ ਅਗਲੇ ਪ੍ਰੋਗਰਾਮ ਤੇ ਮੇਰੇ ਵੱਲੋਂ ਆਪ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕੋਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 2092520070 ਤੇ ਕਾਲ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ।